ਅਭੁੱਲ ਜਾਦਾਂ ਭਾਗ ਸਤਵਾਂ ਗਿਆਨੀ ਸੋਹਣ ਸਿੰਘ ਜੀ ਸੀਤਲ। ਜੰਝ ਨਾਲ ਜਾਣਾ ਛੱਡਿਆ ਪ੍ਰਾਣ ਪੱਤਰ। ਕਈ ਵਾਰ ਮਸ਼ਹੂਰੀ ਮਹਿੰਗੀ ਪੈਂਦੀ ਹੈ, ਉੱਦਮ ਵਿੱਚ ਜ਼ਿੰਦਗੀ ਹੈ, ਕੰਧਾਂ ਬੋਲਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਝ ਨਾਲ ਜਾਣਾ ਛੱਡਿਆ। ਕਵੀ ਤੇ ਨਾਵਲਕਾਰ ਕੁਦਰਤੀ ਜਜ਼ਬਾਤੀ ਹੁੰਦਾ ਹੈ। ਇਹ ਮਰਜ਼ ਉਸ ਨੂੰ ਲਿਖਣ ਵਾਸਤੇ ਮਜਬੂਰ ਕਰਦੀ ਹੈ, ਪਰ ਮੈਂ ਵਧੇਰੇ ਧਾਰਮਿਕ ਜਜ਼ਬਾਤੀ ਹਾਂ। ਬੜੀ ਛੋਟੀ ਜੀ ਘਟਨਾ ਸੀ। ਵਿਆਹਾਂ ਸ਼ਾਦੀਆਂ ਤੇ ਮਾਇਆ ਚੰਗੀ ਹੋ ਜਾਂਦੀ ਹੈ, ਸੋ ਅਸੀਂ ਵੀ ਵਿਆਹਾਂ ਦਾ ਸੱਦਾ ਪ੍ਰਵਾਨ ਕਰ ਲੈਂਦੇ ਸਾਂ। ਸਾਡੇ ਇਲਾਕੇ ਦੀ ਹੀ ਜੰਝ ਸੀ। ਬਹੁਤ ਸਾਰੇ ਸੱਜਣ ਜਾਤੀ ਤੌਰ ਤੇ ਜਾਣੂ ਸਨ। ਕੀਰਤਨ ਦੀ ਸਮਾਪਤੀ ਹੋਈ ਤਾਂ ਇੱਕ ਦੋਸਤ ਨੇ ਉੱਠ ਕੇ ਕਿਹਾ, ਲੈ ਭਾਈ, ਹੁਣ ਇੱਕ ਹੀਰ ਦੀ ਕਲੀ ਸੁਣਾ ਦੇ। ਲੈ ਤੁਰ ਚੱਲਿਆ ਰਾਂਝਾ, ਚੂਚਕ ਦੀਏ ਜਾਈਏ ਨੀ। ਮੇਰੀ ਆਤਮਾ ਨੂੰ ਬੜਾ ਝਟਕਾ ਲੱਗਾ। ਮੈਂ ਤਾਂ ਸਦਾ ਇਹ ਸੋਚਿਆ ਕਰਦਾ ਸਾਂ, ਹਉ ਢਾਡੀ ਹਰ ਪ੍ਰਭ ਖਸਮ ਕਾ, ਤੇ ਇਹਨਾਂ ਕੀ ਸਮਝਿਆ। ਮੇਰੇ ਦੋਸਤ, ਮੈਂ ਤੇਰਾ ਧੰਨਵਾਦੀ ਹਾਂ। ਤੂੰ ਮੈਨੂੰ ਇੱਕ ਸੇਧ ਦਿੱਤੀ ਹੈ। ਮੈਂ ਗੁਰੂ ਘਰ ਦਾ ਢਾਡੀ ਹਾਂ, ਗਵਈਆ ਨਹੀਂ। ਸੋ ਅੱਜ ਤੋਂ ਪਿੱਛੋਂ ਮੈਂ ਜੰਝ ਸਾਹਮਣੇ ਕਦੇ ਕੀਰਤਨ ਨਹੀਂ ਕਰਾਂਗਾ। ਗੁਰੂ ਮਹਾਰਾਜ ਇਹ ਪ੍ਰਣ ਨਿਭਾਈ ਜਾ ਰਹੇ ਹਨ। ਪ੍ਰਾਣ ਪੱਤਰ। ਇੱਕ ਵਾਰ ਸਾਡੇ ਧਰਮ ਦੇ ਠੇਕੇਦਾਰਾਂ ਨੂੰ ਕੀ ਸੁੱਝੀ। ਦੀਵਾਲੀ ਦੇ ਸਮੇਂ ਉਹਨਾਂ ਇੱਕ ਪ੍ਰਣ ਪੱਤਰ ਛਾਪ ਦਿੱਤਾ। ਨਾਲ ਹੀ ਹੁਕਮ ਕਰ ਦਿੱਤਾ ਕਿ ਮੰਜੀ ਸਾਹਿਬ ਦੀ ਸਟੇਜ ਉੱਤੇ ਉਸੇ ਰਾਗੀ ਢਾਡੀ ਪ੍ਰਚਾਰਕ ਨੂੰ ਬੋਲਣ ਦੀ ਆਗਿਆ ਦਿੱਤੀ ਜਾਵੇਗੀ ਜੋ ਇਹ ਪ੍ਰਣ ਪੱਤਰ ਭਰੇਗਾ। ਪ੍ਰਣ ਪੱਤਰ ਕੀ ਸੀ? ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਸਮ ਖਾ ਕੇ ਕਹਿੰਦਾ ਹਾਂ ਕਿ ਮੈਂ ਕਦੇ ਸ਼ਰਾਬ ਨਹੀਂ ਪੀਤੀ ਤੇ ਨਾ ਹੀ ਜ਼ਿੰਦਗੀ ਭਰ ਕਦੇ ਪੀਵਾਂਗਾ। ਹੇਠਾਂ ਲਿਖਿਆ ਸੀ, ਇਸ ਦੀ ਤਸਦੀਕ ਇਲਾਕੇ ਦੇ ਜਥੇਦਾਰ ਕੋਲੋਂ ਕਰਵਾਈ ਜਾਵੇ। ਸਟੇਜ ਸਕੱਤਰ ਨੇ ਮੈਨੂੰ ਕਿਹਾ ਕਿ ਪਹਿਲਾਂ ਤੁਸੀਂ ਦਫ਼ਤਰੋਂ ਹੋ ਆਓ। ਸੁੰਦਕ ਮੈਨੂੰ ਪਹਿਲਾਂ ਹੀ ਪੈ ਗਈ ਸੀ। ਮੈਂ ਮੈਨੇਜਰ ਸਾਹਿਬ ਨੂੰ ਜਾ ਫਤਿਹ ਬੁਲਾਈ। ਉਹਨਾਂ ਪ੍ਰਣ ਪੱਤਰ ਮੇਰੇ ਸਾਹਮਣੇ ਧਰ ਦਿੱਤਾ। ਪੜ੍ਹਨ ਪਿੱਛੋਂ ਮੈਂ ਠੱਠੇ ਨਾਲ ਕਿਹਾ, ਮੈਨੇਜਰ ਸਾਹਿਬ, ਜੇ ਜਥੇਦਾਰ ਆਪ ਪੀਂਦਾ ਹੋਵੇ ਤਾਂ ਫਿਰ ਕਿਸ ਕੋਲੋਂ ਤਸਦੀਕ ਕਰਾਵਾਂ। ਉਹ ਮੇਰੀ ਰਮਜ਼ ਸਮਝ ਗਏ। ਮੁਸਕਰਾ ਕੇ ਕਹਿਣ ਲੱਗੇ, ਜੀ ਮੈਂ ਤਾਂ ਨੌਕਰ ਹਾਂ, ਮੈਂ ਕੀ ਕਹਿ ਸਕਦਾ ਹਾਂ। ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਜਨਮ ਤੋਂ ਹੀ ਸ਼ਰਾਬ ਨੂੰ ਨਹੀਂ ਛੋਇਆ, ਪਰ ਆਉਣ ਵਾਲੇ ਸਮੇਂ ਬਾਰੇ ਕੀ ਕਿਹਾ ਜਾ ਸਕਦਾ ਹੈ। ਭਗਤ ਕਬੀਰ ਜੀ ਫਰਮਾਉਂਦੇ ਹਨ, ਅਜੇ ਸੁਨਾਓ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਨਾਲੇ ਮੈਂ ਆਪਣੇ ਆਚਰਨ ਬਾਰੇ ਕਿਸੇ ਕੋਲੋਂ ਤਸਦੀਕ ਕਿਉਂ ਕਰਾਵਾਂ। ਮੇਰੇ ਕਰਮਾਂ ਦਾ ਲੇਖਾ ਮੇਰਾ ਗੁਰੂ ਹੀ ਕਰ ਸਕਦਾ ਹੈ, ਕੋਈ ਹੋਰ ਧਰਮ ਦਾ ਠੇਕੇਦਾਰ ਨਹੀਂ। ਮੈਂ ਇਸ ਪ੍ਰਣ ਪੱਤਰ ਤੇ ਦਸਤਖਤ ਨਹੀਂ ਕਰਨੇ। ਤੁਹਾਡੀ ਇੱਛਾ ਹੋਵੇ ਵਕਤ ਦਿਓ, ਨਾ ਹੋਵੇ ਨਾ ਦਿਓ। ਖੈਰ, ਪ੍ਰਬੰਧਕਾਂ ਦੀ ਮਿਹਰਬਾਨੀ, ਉਹਨਾਂ ਮੈਨੂੰ ਸਟੇਜ ਉੱਤੇ ਕੀਰਤਨ ਕਰਨ ਦਾ ਵਕਤ ਦੇ ਦਿੱਤਾ, ਪਰ ਮੈਨੂੰ ਇਹ ਘਟਨਾ ਭੁੱਲੀ ਨਹੀਂ। ਕਈ ਵਾਰ ਮਸ਼ਹੂਰੀ ਮਹਿੰਗੀ ਪੈਂਦੀ ਹੈ। ਥੋੜੇ ਸਮੇਂ ਵਿੱਚ ਹੀ ਜੋ ਸੰਗਤਾਂ ਦਾ ਪਿਆਰ ਮੈਨੂੰ ਪ੍ਰਾਪਤ ਹੋਇਆ, ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਹੈ। ਤਰਨਤਾਰਨ ਮੱਸਿਆ ਤੇ ਜਾਣਾ ਤਾਂ ਲੋਕਾਂ ਨੇ ਇਸ਼ਾਰੇ ਕਰ ਕਰ ਕਹਿਣਾ, ਉਹ ਜਾਂਦਾ ਜੇ, ਚਲੋ ਸਟੇਜ ਦੇ ਨੇੜੇ ਚੱਲ ਕੇ ਥਾਂ ਮੰਨ ਲਓ। ਇਸ ਚਰਚਾ ਤੋਂ ਮੈਨੂੰ ਬਹੁਤ ਖੁਸ਼ੀ ਹੋਣੀ। ਇੱਕ ਬੱਚੇ ਨੂੰ ਸ਼ਾਬਾਸ਼ ਕਹੋ ਤਾਂ ਉਹਨੂੰ ਖੁਸ਼ੀ ਹੁੰਦੀ ਹੈ। ਮੈਂ ਵੀ ਤਾਂ ਇੱਕ ਇਨਸਾਨ ਹੀ ਹਾਂ। ਪਰ ਇੱਕ ਦਿਨ ਮੈਨੂੰ ਇਹ ਵਾਹ-ਵਾਹ ਬਹੁਤ ਮਹਿੰਗੀ ਪਈ। ਉਸ ਸਮੇਂ ਪਰਿਕਰਮਾ ਵਿੱਚ ਕਈ ਥਾਵਾਂ ਤੇ ਦੀਵਾਨ ਸਜਦੇ ਸਨ। ਵਧੇਰੇ ਹਾਜ਼ਰੀ ਹੁੰਦੀ ਸੀ ਜਾਂ ਮੰਜੀ ਸਾਹਿਬ ਜਾਂ ਸੈਂਟਰਲ ਮਾਝਾ ਦੇ ਦੀਵਾਨ ਵਿੱਚ। ਮੰਜੀ ਸਾਹਿਬ ਸਮਾਂ ਲੈਣ ਵਾਸਤੇ ਕਮੇਟੀ ਦੀ ਖੁਸ਼ਾਮਦ ਕਰਨੀ ਪੈਂਦੀ ਸੀ, ਸੋ ਅਸੀਂ ਸੈਂਟਰਲ ਮਾਝਾ ਦੇ ਸਟੇਜ ਉੱਤੇ ਕੀਰਤਨ ਕਰਿਆ ਕਰਦੇ ਸਾਂ। ਉਸ ਮਹੀਨੇ ਦੁਆਬੀਆਂ ਦੇ ਬੁੰਗੇ ਦੇ ਪ੍ਰਬੰਧਕਾਂ ਨੇ ਵੀ ਵਕਤ ਲੈ ਲਿਆ। ਦੁਆਬੀਆਂ ਦਾ ਬੁੰਗਾ ਜ਼ਰਾ ਪਰਿਕਰਮਾ ਤੋਂ ਹਟਵਾਂ ਹੈ। ਪਰਿਕਰਮਾ ਦੇ ਨਾਲ ਲੱਗਦੇ ਮਕਾਨਾਂ ਤੇ ਉਸ ਬੁੰਗੇ ਦੇ ਸੰਨ ਵਿੱਚ ਇੱਕ ਗਲੀ ਪੈਂਦੀ ਹੈ। ਰਾਤ ਦੇ 12 ਪੌਣੇ 12 ਅਸਾਂ ਸੈਂਟਰਲ ਮਾਝਾ ਦਾ ਸਟੇਜ ਛੱਡਿਆ ਤੇ ਪਿਛਲੇ ਪਾਸੇ ਲੰਘ ਕੇ ਉਸ ਗਲੀ ਰਾਹੀਂ ਦੁਆਬੀਆਂ ਦੇ ਬੁੰਗੇ ਜਾ ਪਹੁੰਚੇ। ਘੰਟਾ ਕੁ ਉੱਥੇ ਕੀਰਤਨ ਕੀਤਾ। ਕਈ ਵਾਰ ਕੁਦਰਤ ਇਹੋ ਜਿਹਾ ਮੌਕਿਆ ਮੇਲ ਮਿਲਾ ਦਿੰਦੀ ਹੈ ਜੋ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ। ਬਾਬਾ ਫਰੀਦ ਜੀ ਦੇ ਕਹਿਣ ਵਾਂਗ, ਜੋ ਮਨ ਚੇਤਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਕੀਰਤਨ ਕਰਕੇ ਅਸੀਂ ਬੁੰਗਿਓਂ ਬਾਹਰ ਆ ਗਏ ਤਾਂ ਪਤਾ ਲੱਗਾ ਕਿ ਮੇਰੇ ਸਾਥੀ ਢੱਡਾਂ ਸਟੇਜ ਤੇ ਹੀ ਛੱਡ ਆਏ ਹਨ। ਖਿਆਲ ਆਉਂਦਿਆਂ ਉਹ ਦੋਵੇਂ ਪਿਛਾਂਹ ਮੁੜ ਗਏ ਤੇ ਸਰੰਗੀ ਵਾਲਾ ਆਪਣੇ ਰਿਸ਼ਤੇਦਾਰਾਂ ਦੇ ਘਰ ਨੂੰ ਤੁਰ ਪਿਆ।
ਮੈਂ ਸਾਥੀਆਂ ਦੀ ਉਡੀਕ ਵਿੱਚ ਗਲੀ 'ਚ ਇਕੱਲਾ ਰਹਿ ਗਿਆ। ਭਾਵੇਂ ਅਸੀਂ ਨਿੱਤ ਅਰਦਾਸਾਂ ਕਰੀਏ ਕਿ ਔਖੀ ਘੜੀ ਨਾ ਦੇਖਣ ਦੇਈ, ਪਰ ਜਿਹੜੀ ਲੇਖਾਂ ਵਿੱਚ ਲਿਖੀ ਹੋਵੇ ਉਹ ਘੜੀ ਟਲਦੀ ਨਹੀਂ। ਸਾਥੀਆਂ ਦੇ ਅੱਖੋਂ ਓਲੇ ਹੋਣ ਦੀ ਦੇਰ ਸੀ ਜਾਂ ਇੱਕ ਮੁਟਿਆਰ ਸਾਹਮਣੇ ਆ ਖੜੀ, ਹੱਥ ਜੋੜ ਕੇ ਕਹਿਣ ਲੱਗੀ, ਆਹ ਵੇਖੋ, ਮੇਰੇ ਹੱਥ ਜੋੜਿਆਂ ਦੀ ਲਾਜ ਰੱਖੋ। ਸਾਲ ਹੋ ਗਿਆ ਏ ਮੈਂ ਤੁਹਾਡੇ ਪਿੱਛੇ ਮਰਦੀ ਫਿਰਦੀ ਹਾਂ। ਕਮਰਾ ਕਿਰਾਏ ਤੇ ਲਿਆ ਹੋਇਆ ਏ, ਸਿਰਫ ਅੱਜ ਦੀ ਰਾਤ। ਸੱਚ ਜਾਣੋ, ਉਸ ਵੇਲੇ ਮੈਂ ਇੰਨਾ ਡਰ ਗਿਆ ਸਾਂ ਕਿ ਮੈਂ ਸਵਾਰ ਕੇ ਉਹਦੇ ਚਿਹਰੇ ਵੱਲ ਵੀ ਨਹੀਂ ਝਾਕ ਸਕਿਆ ਕਿ ਉਹ ਸੋਹਣੀ ਸੱਸੀ ਸੀ ਜਾਂ ਕਾਲੀ ਲੈਲਾ। ਨਹੀਂ, ਮੈਂ ਵੱਧ ਤੋਂ ਵੱਧ ਰੁੱਖੀ ਸੁਰ ਵਿੱਚ ਕਿਹਾ, ਪਰ ਉਹਨੇ ਹੌਸਲਾ ਨਾ ਹਾਰਿਆ, ਸਗੋਂ ਦੋਵਾਂ ਹੱਥਾਂ ਨਾਲ ਮੇਰੀ ਬਾਂਹ ਫੜ ਲਈ। ਮੈਨੂੰ ਮਾਰੋ ਨਾ, ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ। ਨਹੀਂ ਨਹੀਂ, ਮੈਂ ਇੰਨਾ ਘਬਰਾ ਗਿਆ ਸਾਂ ਕਿ ਮੇਰੀ ਜ਼ੁਬਾਨ ਥਿੜਕਣ ਲੱਗ ਪਈ ਸੀ। ਅਖਾਣ ਹੈ ਕਿ ਔਖੀ ਵੇਲੇ ਉਹ ਪੱਥਰਾਂ 'ਚੋਂ ਬੋੜ ਪੈਂਦਾ ਹੈ। ਮੇਰੇ ਸਾਥੀਆਂ ਦੀ ਆਵਾਜ਼ ਕੰਨੀ ਪਈ ਤਾਂ ਮੇਰੀ ਜਾਨ ਵਿੱਚ ਜਾਨ ਆਈ। ਉਹ ਛੇਤੀ ਕਰੋ, ਮੈਂ ਇੰਨੀ ਉੱਚੀ ਕਿਹਾ ਜਿਵੇਂ ਸੁੱਤਾ ਪਿਆ ਆਦਮੀ ਬਣਾਉਂਦਾ ਹੈ। ਉਹ ਦੇਵੀ ਛੇਤੀ ਨਾਲ ਮੇਰੀ ਬਾਂਹ ਛੱਡ ਕੇ ਗਲੀ ਦੀ ਇੱਕ ਕੰਧ ਨਾਲ ਲੱਗ ਕੇ ਬਹਿ ਗਈ। ਉੱਥੋਂ ਇੱਕ ਭੀੜੀ ਜਿਹੀ ਹਨੇਰੀ ਗਲੀ ਪਰਕਰਮਾ ਵੱਲ ਜਾਂਦੀ ਸੀ, ਜੋ ਸਿੱਧੀ ਮੁਨਾਰੇ ਕੋਲ ਜਾ ਕੇ ਨਿਕਲਦੀ ਸੀ। ਅਸੀਂ ਉਸ ਗਲੀ ਪੈ ਗਏ। ਉਸ ਦੇਵੀ ਨੇ ਹੌਸਲਾ ਨਾ ਹਾਰਿਆ। ਗਲੀ ਦੇ ਅੱਧ ਵਿੱਚ ਉਹਨੇ ਫੇਰ ਮੇਰਾ ਕੁੜਤਾ ਜਾ ਫੜਿਆ। ਬੜੀ ਮੁਸ਼ਕਲ ਨਾਲ ਮੈਂ ਕੁੜਤਾ ਛੁਡਾਇਆ। ਜੇ ਕੁੜਤਾ ਪਾਟ ਵੀ ਜਾਂਦਾ ਤਾਂ ਯੂਸਫ ਵਾਂਗ ਮੋਰਾਂ ਤੋਂ ਹੀ ਪਾਟਣਾ ਸੀ। ਪਰ ਕਰਮਾਂ ਦੇ ਚਾਨਣ ਵਿੱਚ ਆ ਕੇ ਮੈਂ ਕੁਝ ਸੁੱਖ ਦਾ ਸਾਹ ਲਿਆ। ਪਰ ਜਦੋਂ ਇਨਸਾਨ ਆਪਣੇ ਕਿਸੇ ਕੁਦਰਤੀ ਵੇਗ ਦੇ ਅਧੀਨ ਹੋਵੇ, ਸੋਚ ਸ਼ਕਤੀ ਉਹਦਾ ਸਾਥ ਛੱਡ ਜਾਂਦੀ ਹੈ। ਮੁਨਾਰੇ ਕੋਲ ਉਹਨੇ ਫੇਰ ਮੈਨੂੰ ਬਾਹੋਂ ਆ ਫੜਿਆ। ਮੈਂ ਪੂਰੇ ਗੁੱਸੇ ਨਾਲ ਝਿੜਕ ਕੇ ਕਿਹਾ, ਕੀ ਕਰਦੀ ਆ ਮਾਈ? ਭਾਵੇਂ ਖਰਵਾ ਬੋਲਣਾ ਮੇਰਾ ਸੁਭਾਅ ਨਹੀਂ, ਪਰ ਉੱਥੇ ਤਾਂ ਫਿਲਮ ਦੇ ਕਲਾਕਾਰ ਵਾਂਗ ਐਸਾ ਕਰਨਾ ਹੀ ਪਿਆ। ਛੇਤੀ ਨਾਲ ਉਹਨੇ ਮੇਰੀ ਬਾਂਹ ਛੱਡ ਦਿੱਤੀ। ਮੈਂ ਸ਼ੁਕਰ ਕੀਤਾ। ਮੰਜੀ ਸਾਹਿਬ ਚੋਖੀ ਭੀੜ ਸੀ, ਦੁਆਲੇ ਵੀ ਬਹੁਤ ਸਾਰੇ ਲੋਕ ਖੜੇ ਸਨ। ਅਸੀਂ ਤਿੰਨੇ ਵੀ ਭੀੜ ਵਿੱਚ ਜਾ ਖੜੇ। ਮੈਂ ਸੋਚਿਆ ਬਲਾ ਟਲ ਗਈ ਹੈ, ਪਰ ਉਹ ਤਾਂ ਪਰਛਾਵੇਂ ਵਾਂਗ ਮਗਰੇ ਮਗਰ ਆ ਰਹੀ ਸੀ। ਇੱਕ ਵਾਰ ਉਹਨੇ ਫੇਰ ਮੈਨੂੰ ਬਾਹੋਂ ਆ ਫੜਿਆ। ਹੁਣ ਗੁਰੂ ਦੀ ਗੋਦ ਬਿਨਾਂ ਕੋਈ ਆਸਰਾ ਨਹੀਂ ਸੀ। ਮੈਂ ਸਾਥੀਆਂ ਨੂੰ ਕਿਹਾ, ਚਲੋ ਸਟੇਜ ਤੇ ਚੱਲੀਏ। ਲੋਕਾਂ ਦੇ ਪੈਰ ਮਿੱਧਦੇ ਤੇ ਕਈਆਂ ਦੀਆਂ ਕੌੜੀਆਂ ਕੁਸੈਲੀਆਂ ਸਹਿੰਦੇ ਅਸੀਂ ਕੀਰਤਨ ਕਰ ਰਹੇ ਰਾਗੀ ਜਥੇ ਦੇ ਪਿਛਲੇ ਪਾਸੇ ਜਾ ਬੈਠੇ। ਮੇਰਾ ਦਿਲ ਕੁਝ ਥਾਵੇਂ ਹੋਇਆ। ਆਪਣੇ ਆਪ ਨੂੰ ਹੌਸਲਾ ਦਿੰਦਿਆਂ ਕਿਹਾ, ਹੁਣ ਸਮਰੱਥ ਪਿਤਾ ਦੀ ਗੋਦ ਵਿੱਚ ਕਿਸੇ ਦਾ ਭੈ ਨਹੀਂ। 15-20 ਮਿੰਟ ਬਹਿ ਕੇ ਪਿਛਲੇ ਪਾਸੇ ਦੀ ਲੰਘ ਕੇ ਅਸੀਂ ਇੱਕ ਮਿੱਤਰ ਦੇ ਘਰ ਜਾ ਸੁੱਤੇ, ਜਿੱਥੇ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਸੀ। ਇੱਕ ਦੋ ਘਟਨਾਵਾਂ ਹੋਰ ਵੀ ਹੋਈਆਂ, ਪਰ ਉਹ ਇੰਨੀਆਂ ਖਤਰਨਾਕ ਨਹੀਂ ਸਨ। ਮਲਾਇਆ ਵਿੱਚ ਤਾਂ ਇੱਕ ਦੇਵੀ ਨੇ ਇੱਥੋਂ ਤੱਕ ਕਹਿ ਦਿੱਤਾ, ਜਾਪਦਾ ਏ ਤੁਸੀਂ ਪਿਛਲੇ ਜਨਮ ਵਿੱਚ ਇਸਤਰੀ ਸੀ। ਉਸੇ ਲਹਿਜੇ ਵਿੱਚ ਮੈਂ ਉੱਤਰ ਦਿੱਤਾ, ਤੁਸੀਂ ਹੁਣ ਵੀ ਮੈਨੂੰ ਆਪਣੀ ਭੈਣ ਹੀ ਸਮਝ ਲਓ ਤਾਂ ਮੈਨੂੰ ਕੋਈ ਗਿਲਾ ਨਹੀਂ। ਮੇਰਾ ਨਿਸ਼ਚਾ ਹੈ ਕਿ ਗੁਨਾਹ ਤੋਂ ਪਰਮਾਤਮਾ ਬਚਾਉਂਦਾ ਏ। ਉਦਮ ਵਿੱਚ ਜ਼ਿੰਦਗੀ ਹੈ। ਮੇਰੀ ਉਮਰ ਉਦੋਂ 35-36 ਸਾਲ ਦੀ ਸੀ। ਪਿੰਡੋਂ ਬਾਰ-ਬਾਰ ਗੁਰਦੁਆਰਾ ਸੀ ਜਿੱਥੇ ਅਸੀਂ ਕੀਰਤਨ ਕਰਨ ਗਏ ਸਾਂ। ਮੈਂ ਸਵੇਰੇ ਖੇਤਾਂ ਦੇ ਬੰਨੇ ਫਿਰਦਾ ਕੋਈ ਕਵਿਤਾ ਲਿਖ ਰਿਹਾ ਸਾਂ। ਨਾਲ ਦੀ ਪੈਲੀ ਵਿੱਚ ਦੋ ਜ਼ਿਮੀਂਦਾਰ ਹਲ ਵਾਹ ਰਹੇ ਸਨ। ਇੱਕ ਦੀ ਉਮਰ 85 ਸਾਲ ਦੀ ਸੀ, ਦਰਮਿਆਨਾ ਕੱਦ ਤੇ ਛਾਂਟਵਾਂ ਜਿਹਾ ਚੁਸਤ ਸਰੀਰ। ਦੂਸਰਾ ਗੱਭਰੂ 20-22 ਸਾਲ ਦਾ ਸੀ। ਮੈਨੂੰ ਵੇਖ ਕੇ ਉਹਨਾਂ ਹਲ ਖਿਲਾਰ ਦਿੱਤੇ। ਮੈਂ ਵੀ ਖੜੋ ਗਿਆ। ਉਹਨਾਂ ਸਾਫ਼ ਦਿਲ ਪੇਂਡੂਆਂ ਦੇ ਮਨਾਂ ਵਿੱਚ ਇੱਕ ਕੀਰਤਨੀਆਂ ਦਾ ਸਤਿਕਾਰ। ਮੈਥੋਂ 5-7 ਕਰਮਾਂ ਦੂਰ ਹੀ ਉਹਨਾਂ ਵਾਹਣ ਵਿੱਚ ਜੋੜੇ ਉਤਾਰ ਦਿੱਤੇ। ਨੇੜੇ ਆ ਕੇ ਉਹਨਾਂ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਫਤਿਹ ਬੁਲਾਈ। ਪਹਿਲਾਂ ਉਹ ਗੱਭਰੂ ਬੋਲਿਆ, ਬਾਬਾ ਜੀ, ਇਹ ਮੇਰਾ ਬਾਪੂ ਹੈ, ਮੈਂ ਤੁਹਾਡੇ ਕੋਲ ਇਹਦੀ ਸ਼ਿਕਾਇਤ ਕਰਨ ਆਇਆ ਹਾਂ। ਉਹ ਬਜ਼ੁਰਗ ਬੋਲਿਆ, ਬਾਬਾ ਜੀ, ਬੇਨਤੀ ਮੇਰੀ ਵੀ ਸੁਣ ਲੈਣੀ ਤੇ ਫੈਸਲਾ ਦੇ ਦੇਣਾ। ਅਜੀਬ ਰਿਸ਼ਤਾ, ਉਹ 85 ਸਾਲ ਦਾ ਤੇ ਮੈਂ 35 ਸਾਲ ਦਾ। ਉਹ ਮੈਨੂੰ ਬਾਬਾ ਜੀ ਆਖੇ ਤੇ ਮੈਂ ਉਸ ਨੂੰ ਬਾਬਾ ਜੀ ਕਹਾਂ। ਪਹਿਲਾਂ ਗੱਭਰੂ ਨੇ ਕਿਹਾ, ਬਾਬਾ ਜੀ, ਅਸੀਂ 3 ਭਰਾ ਹਾਂ, ਮੈਂ ਸਭ ਤੋਂ ਛੋਟਾ ਹਾਂ। 2 ਮੇਰੇ ਭਤੀਜੇ ਵੀ ਗੱਭਰੂ ਨੇ, 2 ਸਾਡੇ ਹਲ ਨੇ ਤੇ 5 ਅਸੀਂ ਜਵਾਨ ਹਲ ਵਾਹੁਣ ਜੋਗੇ ਹਾਂ। ਅਸੀਂ ਬਾਪੂ ਦੀਆਂ ਮਿੰਨਤਾਂ ਕਰ ਥੱਕੇ ਹਾਂ, ਅੰਗ ਸਾਗ ਇਕੱਠੇ ਕਰਕੇ ਪੈਰਾਂ ਤੇ ਪੱਗਾਂ ਧਰ ਹਟੇ ਹਾਂ, ਪਰ ਇਹ ਹਲ ਵਾਹੁਣ ਦੀ ਜਿੱਦ ਨਹੀਂ ਛੱਡਦਾ। ਲੋਕੀ ਝੇਡਾਂ ਕਰਨ ਵਾਲੇ
ਸਾਨੂੰ ਟਿਕਣ ਨਹੀਂ ਦਿੰਦੇ। ਤੁਸੀਂ ਹੀ ਹੁਣ ਇਹਨੂੰ ਸਮਝਾਓ। ਮੇਰੀ ਰਾਏ ਸੁਣਨ ਤੋਂ ਪਹਿਲਾਂ ਹੀ ਉਹ ਬਜ਼ੁਰਗ ਬੋਲ ਉੱਠਿਆ, ਬਾਬਾ ਜੀ, ਮੈਂ ਇਹਨਾਂ ਤੇ ਬਹੁਤ ਖੁਸ਼ ਹਾਂ। ਇਹ ਸ਼ਰਾਬ ਨਹੀਂ ਪੀਂਦੇ, ਕਿਸੇ ਨਾਲ ਲੜਦੇ ਝਗੜਦੇ ਨੇ, ਕੋਈ ਉਲਾਂਭਾ ਨਹੀਂ ਦਵਾਉਂਦੇ। ਨਹੀਂ ਤਾਂ ਜਿਸ ਜੱਟ ਦੇ 5 ਡਾਂਗਾਂ ਫੜਨ ਵਾਲੇ ਹੋਣ, ਉਹਨੂੰ ਤਾਂ ਠਾਣਿਓ ਵੇਲ ਨਹੀਂ ਮਿਲਦੀ। ਜਿੱਥੋਂ ਤੱਕ ਹਲ ਵਾਹੁਣ ਦੀ ਗੱਲ ਏ, ਮੈਂ ਆਨਾ ਜੇ ਮੈਂ ਤੋਂ ਹੱਥੋਂ ਮਾੜਾ ਵਾਹੁੰਦਾ ਤਾਂ ਛੱਡ ਦੇਣਾ। ਮੇਰਾ ਸਵਾਲ ਏ, ਮੈਂ ਇਹਨਾਂ ਨੂੰ ਜਨਮ ਦਿੱਤਾ ਏ, ਜਿੰਨਾ ਚਿਰ ਮੇਰਾ ਸਰੀਰ ਚੱਲਦਾ ਏ ਮੈਂ ਇਹਨਾਂ ਦੀ ਕਮਾਈ ਖਾਵਾਂ। ਕਿੰਨਾ ਚਿਰ ਮੈਂ ਉਸ ਬਜ਼ੁਰਗ ਦੀ ਆਖਰੀ ਗੱਲ ਬਾਰੇ ਸੋਚਦਾ ਰਿਹਾ। ਮਰਦ ਦੀ ਇੱਜ਼ਤ ਉਨਾ ਚਿਰ ਹੀ ਹੈ ਜਿੰਨਾ ਚਿਰ ਉਹ ਕਮਾ ਕੇ ਖਾਂਦਾ ਹੈ, ਤੇ ਜੋ ਆਪਣੀ ਕਮਾ ਕੇ ਖਾਣ ਵਿੱਚ ਸਵਾਦ ਹੈ ਉਹ ਕਿਸੇ ਦੀ ਕਮਾਈ ਹੋਈ ਵਿੱਚ ਨਹੀਂ। ਨਾਲ ਲੱਗਦੀ ਇੱਕ ਗੱਲ ਹੋਰ ਯਾਦ ਆ ਗਈ। ਸਾਡੇ ਪਿੰਡ ਇੱਕ ਬਜ਼ੁਰਗ ਸਨ। ਉਸ ਵੇਲੇ ਉਹਨਾਂ ਦੀ ਉਮਰ 100 ਸਾਲ ਤੋਂ ਉੱਪਰ ਸੀ। ਕੁੱਬ ਨਿਕਲਿਆ ਹੋਇਆ ਸੀ ਤੇ ਬੜੇ ਔਖੇ ਹੋ ਕੇ ਤੁਰਦੇ ਸਨ। ਉਸ ਵੇਲੇ ਉਹਨਾਂ ਦੇ ਪੜੋਤਰੇ ਵੀ ਵਾਹਵਾ ਗੱਭਰੂ ਸਨ। ਕਰੀਬ ਮੀਲ ਕੁ ਦੀ ਦੂਰੀ ਤੇ ਉਹਨਾਂ ਦਾ ਖੇਤ। ਸਵੇਰੇ ਉੱਠ ਕੇ ਉਹ ਖੇਤ ਨੂੰ ਤੁਰ ਜਾਂਦੇ ਤੇ ਉੱਥੋਂ ਘਾਹ ਖੋਦ ਕੇ ਲਿਆਉਂਦੇ। ਲੋਕ ਉਹਦੇ ਪੋਤਰਿਆਂ ਜਾਂ ਪੜੋਤਰਿਆਂ ਨੂੰ ਮਿਹਣਾ ਦਿੰਦੇ ਤਾਂ ਉਹਨਾਂ ਦਾ ਅੱਗੋਂ ਉੱਤਰ ਹੁੰਦਾ, ਕਿਉਂ ਉਹ ਖਾਂਦਾ ਨਹੀਂ? ਯਾਦ ਰੱਖੋ, ਇੱਜ਼ਤ ਕਮਾ ਕੇ ਖਾਣ ਵਿੱਚ ਹੀ ਹੈ। ਕੰਧਾਂ ਬੋਲਦੀਆਂ ਹਨ। ਪੰਜਾ ਸਾਹਿਬ ਕਮੇਟੀ ਦੇ ਬੁਲਾਏ ਹੋਏ ਅਸੀਂ ਪਹਿਲੀ ਵਾਰ ਉੱਥੇ ਵਿਸਾਖੀ ਦੇ ਪੁਰਬ ਤੇ ਗਏ। ਬਹੁਤ ਮਨਮੋਹਣ ਵਾਲਾ ਨਜ਼ਾਰਾ। ਦੱਖਣ ਦੀ ਬਾਹੀ ਨਦੀ ਤੱਕ ਫਿਰ ਕੇ ਇਲਾਕਾ ਵੇਖਿਆ। ਥਾਂ ਥਾਂ ਖੇਤਾਂ ਵਿੱਚ ਨਿੱਕੇ ਨਿੱਕੇ ਚਸ਼ਮਿਆਂ ਵਿੱਚੋਂ ਫੁੱਟ ਕੇ ਪਾਣੀ ਵਗ ਰਿਹਾ ਸੀ। ਫਿਰ ਗੁਰਦੁਆਰੇ ਦੀ ਬੜੀ ਅਨੋਖੀ ਸ਼ਾਨ। ਵਲੀ ਕੰਧਾਰੀ ਦੀ ਕਹਾਣੀ। ਹਉਮੈ ਨਮਰਤਾ ਦੇ ਚਰਨਾਂ ਵਿੱਚ ਝੁਕੀ ਹੋਈ ਜ਼ਿੰਦਗੀ ਦਾ ਸਵਾਦ ਆ ਗਿਆ। ਅਸਲ ਵਿੱਚ ਗੁਰੂ ਘਰ ਦਾ ਢਾਡੀ ਬਣ ਕੇ ਮੈਂ ਇੰਨਾ ਕੁਝ ਵੇਖਿਆ ਹੈ ਜਿੰਨਾ ਕੋਈ ਕਰੋੜਪਤੀ ਵੀ ਨਹੀਂ ਵੇਖ ਸਕਦਾ। ਸਾਰਾ ਭਾਰਤ, ਕਰਾਚੀ, ਕੋਇਟਾ, ਪਸ਼ਾਵਰ, ਕਲਕੱਤਾ, ਮਦਰਾਸ, ਬੰਬਈ ਤੇ ਕੁਝ ਬਾਹਰ ਦੇ ਮੁਲਕ ਵੀ। ਬਾਬਰ ਨੇ ਕਸ਼ਮੀਰ ਬਾਰੇ ਕਿਹਾ ਸੀ, ਅਗਰ ਫਰਦੌਸ਼ ਬਰ ਰੂਏ ਜ਼ਮੀਨ ਸਤ, ਹਮੀਨ ਸਤੋ ਹਮੀਨ ਸਤੋ ਹਮੀਨ ਸਤ। ਜੇ ਧਰਤੀ ਉੱਤੇ ਕੋਈ ਬਹਿਸ਼ਤ ਹੈ ਤਾਂ ਇਹੀ ਹੈ, ਇਹੀ ਹੈ, ਇਹੀ ਹੈ। ਸੋ ਕਸ਼ਮੀਰ ਵੀ ਕਈ ਚੱਕਰ ਲਾਏ, ਪਰ ਸਭ ਬੇਗਾਨੇ ਖਰਚ ਤੇ। ਭਾਵ ਜਿੱਥੇ ਕਿਸੇ ਨੇ ਬੁਲਾਇਆ ਨਾਲੇ ਸੈਰ ਕਰ ਆਏ ਨਾਲੇ ਭੇਟਾ ਲੈ ਆਏ। ਪੰਜਾ ਸਾਹਿਬ ਤੋਂ ਪਰਤਦੇ ਹੋਏ ਅਸੀਂ ਟੈਕਸਲਾ ਦੇ ਖੰਡਰ ਵੇਖਣ ਗਏ। ਸਦੀਆਂ ਪੁਰਾਣਾ ਸ਼ਹਿਰ 2-2 ਫੁੱਟ ਉੱਚੀਆਂ ਕੰਧਾਂ ਵਿੱਚ ਸੁੱਤਾ ਪਿਆ ਹੈ। ਕਦੇ ਸਾਰੇ ਭਾਰਤ ਵਿੱਚ ਉਹ ਸੰਸਕ੍ਰਿਤ ਦੀ ਵੱਡੀ ਯੂਨੀਵਰਸਿਟੀ ਸੀ। ਵੇਦਾਂ ਦੇ ਬਹੁਤੇ ਮੰਤਰ ਇੱਥੇ ਜਾਂ ਇਸੇ ਇਲਾਕੇ ਵਿੱਚ ਹੀ ਉਚਾਰੇ ਗਏ ਹਨ। ਪਰ ਅੱਜ ਵੱਖ-ਵੱਖ ਬਣਤਰ ਦੇ ਅਹਾਤੇ, ਸਿਰਫ 2-2 ਫੁੱਟ ਕੰਧਾਂ। ਪੜਚੋਲੀਆਂ ਨੇ ਕਿਆਸ ਲਾ ਕੇ ਰਾਏ ਪੱਕੀ ਕੀਤੀ। ਇੱਥੇ ਲਾਇਬ੍ਰੇਰੀ ਸੀ, ਆਹ ਵਿਦਿਆਰਥੀ ਭਵਨ ਸੀ, ਆਹ ਪ੍ਰਯੋਗਸ਼ਾਲਾ ਸੀ, ਆਹ ਨਾਚ ਘਰ ਸੀ। ਐਸ ਭਵਨ ਵਿੱਚ ਬਜ਼ੁਰਗ ਰਿਸ਼ੀ ਰਹਿੰਦੇ ਸਨ। ਇੱਥੇ ਆ ਸੀ, ਉੱਥੇ ਆ ਸੀ। ਅਫਸੋਸ, ਕੰਧਾਂ ਬੋਲ ਕੇ ਦੱਸ ਸਕਦੀਆਂ ਕਿੱਥੇ ਕੀ ਸੀ ਤੇ ਕਿੱਥੇ ਕੀ। ਪਰ ਮੈਂ ਕਈ ਵਾਰ ਸੋਚਦਾ ਹਾਂ ਕਿ ਕੰਧਾਂ ਤਾਂ ਬੋਲਦੀਆਂ ਹਨ, ਪਰ ਅਸੀਂ ਹੁਣ ਉਹਨਾਂ ਦੀ ਬੋਲੀ ਨਹੀਂ ਸਮਝ ਸਕਦੇ। ਸਦੀਆਂ ਬਾਅਦ ਬੋਲੀ ਵੀ ਬਦਲ ਜਾਂਦੀ ਹੈ। ਮਿੰਟ ਗੁਮਰੀ ਪ੍ਰੋਗਰਾਮ ਤੇ ਗਏ। ਭਲਾ ਉੱਥੇ ਜਾ ਕੇ ਕੋਈ ਹੜੱਪਾ ਵੇਖੇ ਬਿਨਾਂ ਕਿਵੇਂ ਰਹਿ ਸਕਦਾ? ਉਹ ਫੁੱਟ 1.5 ਫੁੱਟ ਨੀਹਾਂ, ਕਿਤੇ ਪੁਰਾਣੇ ਨਮੂਨੇ ਦੀਆਂ ਇੱਟਾਂ ਦੀਆਂ, ਕਿਤੇ ਪੱਥਰਾਂ ਦੀਆਂ। ਪੜਚੋਲੀਆਂ ਦੇ ਵੱਸ ਪੈ ਗਈਆਂ ਸਦੀਆਂ ਦੀਆਂ ਸੁੱਤੀਆਂ ਜ਼ਿੰਦਗੀਆਂ। ਕਿਤੋਂ ਟੁੱਟੀਆਂ ਹੋਈਆਂ 2 ਸ਼ੀਸ਼ੀਆਂ ਮਿਲ ਗਈਆਂ ਤਾਂ ਪੜਚੋਲੀਆਂ ਨੇ ਫੈਸਲਾ ਦੇ ਦਿੱਤਾ ਇਹ ਖਰੈਤੀ ਹਸਪਤਾਲ ਸੀ, ਜਿੱਥੇ ਹਰ ਅਮੀਰ ਗਰੀਬ ਦਾ ਇਲਾਜ ਮੁਫਤ ਹੁੰਦਾ ਸੀ। ਕਿਤੋਂ ਚਾਂਦੀ ਦੇ 2 ਬੋਰ ਟੁੱਟੇ ਮਿਲ ਗਏ ਤਾਂ ਸ਼ੌਕੀਨ ਸੁਭਾਅ ਦੇ ਕਿਸੇ ਪੜਚੋਲੀਏ ਨੇ ਫੈਸਲਾ ਦੇ ਦਿੱਤਾ ਇਹ ਨਾਚ ਘਰ ਸੀ, ਜਿੱਥੇ ਪਰੀਆਂ ਨਾਚ ਕਰਿਆ ਕਰਦੀਆਂ ਸਨ। ਹਰ ਅਹਾਤੇ ਦਾ ਵੱਖਰਾ ਨਾਂ ਰੱਖ ਕੇ ਵਿੱਚ ਫੱਟੀਆਂ ਲਾ ਦਿੱਤੀਆਂ। ਅਸੀਂ ਬੜੇ ਚਾਅ ਨਾਲ ਵੇਖਣ ਗਏ, ਪਰ ਹੌਕਿਆਂ ਦੀ ਸੁਗਾਤ ਲੈ ਕੇ ਵਾਪਸ ਪਰਤੇ। ਅਭੁੱਲ ਯਾਦਾਂ, ਭਾਗ 7ਵਾਂ। ਸ਼੍ਰੋਮਣੀ ਢਾਡੀ, ਗਿਆਨੀ ਸੋਹਣ ਸਿੰਘ ਜੀ ਸੀਤਲ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।